ਭਗਵਾਨ ਬੇਟੇ ਸੁਮਿਤ ਦਾ ਫੋਨ ਆਇਆ ਸੀ। ਅੱਜ ਸ਼ਾਮ ਨੂੰ ਤੇਰਾ ਲਾਡਲਾ ਤੇ ਬਹੂ ਆਪਣੇ ਸ਼ਹਿਰੋਂ ਚੱਲਣਗੇ ਤੇ ਕੱਲ ਸਵੇਰ ਤੱਕ ਇੱਥੇ ਪਹੁੰਚ ਜਾਣਗੇ। ਰਜਿੰਦਰ ਜੀ ਨੇ ਬਹੁਤ ਖੁਸ਼ੀ ਨਾਲ ਆਪਣੀ ਪਤਨੀ ਉਰਮਿਲਾ ਨੂੰ ਕਹਿਣ ਲੱਗੇ ਤਾਂ ਉਰਮਿਲਾ ਜੀ ਦੇ ਚਿਹਰੇ ਤੇ ਖੁਸ਼ੀ ਤੇ ਅੱਖਾਂ ਚਮਕ ਆ ਗਈ। ਆਪਣੇ ਬੇਟੇ ਬਹੂ ਨੂੰ ਮਿਲਣ ਲਈ ਉਹ ਬੇਤਾਬ ਹੋ ਗਈ। ਰਜਿੰਦਰ ਜੀ ਜੋ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਸਨ, ਉਹਨਾਂ ਦੀਆਂ 3 ਧੀਆਂ ਤੇ ਇੱਕ ਬੇਟਾ ਹੈ। ਬੇਟਾ ਸੁਮਿਤ ਸਾਰਿਆਂ ਤੋਂ ਛੋਟਾ ਸੀ। ਬੇਟੇ ਦੀ ਚਾਹਤ 'ਚ 3 ਧੀਆਂ ਹੋ ਗਈਆਂ। ਉਹ ਜ਼ਮਾਨਾ ਵੀ ਅਜਿਹਾ ਸੀ ਜਦੋਂ ਲੋਕਾਂ ਦੀ ਇਹ ਧਾਰਨਾ ਹੁੰਦੀ ਸੀ ਕਿ ਵੰਸ਼ ਚਲਾਉਣ ਲਈ ਇੱਕ ਬੇਟੇ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਭਾਵੇਂ ਬੇਟਾ ਪਾਉਣ ਦੇ ਚੱਕਰ 'ਚ ਕਿੰਨੀਆਂ ਹੀ ਧੀਆਂ ਕਿਉਂ ਨਾ ਪੈਦਾ ਹੋ ਜਾਣ, ਪਰ ਰਜਿੰਦਰ ਜੀ ਕਦੇ ਆਪਣੀਆਂ ਧੀਆਂ ਨੂੰ ਬੋਝ ਨਹੀਂ ਸਮਝਦੇ ਸਨ। ਉਹਨਾਂ ਨੇ ਆਪਣੇ 4 ਬੱਚਿਆਂ ਨੂੰ ਪੜ੍ਹਾਇਆ, ਲਿਖਾਇਆ ਤੇ ਕਾਬਲ ਇਨਸਾਨ ਬਣਾਇਆ। 3 ਧੀਆਂ ਦਾ ਵਿਆਹ ਬਹੁਤ ਚੰਗੇ ਘਰਾਂ 'ਚ ਕੀਤਾ ਤੇ ਉਹਨਾਂ ਦਾ ਬੇਟਾ ਸੁਮਿਤ ਵੀ ਇੱਕ ਵੱਡੀ ਮਲਟੀਨੈਸ਼ਨਲ ਕੰਪਨੀ 'ਚ ਇੱਕ ਉੱਚੇ ਅਹੁਦੇ ਤੇ ਕੰਮ ਕਰਦਾ ਸੀ ਤੇ ਬੈਂਗਲੌਰ 'ਚ ਹੀ ਆਪਣੀ ਪਤਨੀ ਰੇਖਾ ਨਾਲ ਰਹਿੰਦਾ ਸੀ। ਬੇਟੇ ਬਹੂ ਦੇ ਆਉਣ ਦੀ ਖੁਸ਼ੀ 'ਚ ਅਗਲੇ ਦਿਨ ਉਰਮਿਲਾ ਜੀ ਸਵੇਰੇ ਉੱਠੀ ਤੇ ਆਪਣੇ ਬੇਟੇ ਤੇ ਬਹੂ ਦੀ ਪਸੰਦ ਦਾ ਖਾਣਾ ਤਿਆਰ ਕਰਨ 'ਚ ਜੁਟ ਗਈ। ਉਰਮਿਲਾ ਜੀ ਵਾਰ-ਵਾਰ ਘੜੀ ਵੱਲ ਦੇਖਦੀ ਤੇ ਆਪਣੇ ਪਤੀ ਰਜਿੰਦਰ ਤੋਂ ਪੁੱਛਦੀ, ਫੋਨ ਕਰਕੇ ਤਾਂ ਪੁੱਛੋ ਕਿੱਥੇ ਰਹਿ ਗਿਆ ਤੁਹਾਡਾ ਲਾਡਲਾ, ਕਿੱਥੇ ਤੱਕ ਪਹੁੰਚੇ ਨੇ ਹੋ, ਹੁਣ ਤੱਕ ਆਏ ਕਿਉਂ ਨਹੀਂ। ਆਪਣੀ ਪਤਨੀ ਦੇ ਸਵਾਲ ਸੁਣ ਰਜਿੰਦਰ ਜੀ ਬੋਲੇ ਕਿ ਭਗਵਾਨ ਨੇ ਥੋੜਾ ਸਬਰ ਕਰ, ਆ ਜਾਵੇਗਾ ਤੇਰਾ ਬੇਟਾ ਤੇ ਤੂੰ ਵੀ 2 ਘੜੀ ਚੈਨ ਨਾਲ ਬੈਠ ਜਾ। ਸਵੇਰ ਤੋਂ ਤਰ੍ਹਾਂ ਦੇ ਪਕਵਾਨ ਬਣਾ ਰਹੀ ਹੈ। ਫਿਰ ਉਰਮਿਲਾ ਜੀ ਬੋਲੀ, ਬੇਟੇ ਦੀ ਪਸੰਦ ਦਾ ਖਾਣਾ ਬਣਾਇਆ ਹੈ ਅੱਜ, ਦੇਖਣਾ ਖਾਣਾ ਖਾਂਦੇ ਹੀ ਮੇਰਾ ਬੇਟਾ ਬਹੁਤ ਖੁਸ਼ ਹੋ ਜਾਵੇਗਾ। ਪੂਰੇ 1 ਸਾਲ ਬਾਅਦ ਜੋ ਆ ਰਿਹਾ ਹੈ, खूब प्यार लुटावांगी अपने बेटे बहू ते। 1 साल ਦਾ ਪੂਰਾ ਹਿਸਾਬ ਲਵਾਂਗੀ ਅੱਜ। ਫਿਰ ਰਜਿੰਦਰ ਜੀ ਬੋਲੇ, ਉਹ ਵੀ ਕੀ ਕਰੇ, ਉਸਦਾ ਕੰਮ ਹੀ ਕੁਝ ਅਜਿਹਾ ਹੈ। ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਦੀ ਡਿਊਟੀ ਉਸ ਨੂੰ ਦਫ਼ਤਰ 'ਚ ਦੇਣੀ ਪੈਂਦੀ ਹੈ। ਕਿਵੇਂ ਸਮਾਂ ਦੇ ਸਕੇਗਾ ਸਾਨੂੰ, ਇਸ ਲਈ ਤਾਂ 1 ਸਾਲ ਬਾਅਦ ਆ ਰਿਹਾ ਹੈ। ਫਿਰ ਉਰਮਿਲਾ ਜੀ ਬੋਲੀ, ਫੋਨ ਤੇ ਤਾਂ ਸੁਮਿਤ ਨੇ ਕਿਹਾ ਸੀ ਕਿ ਇਸ ਵਾਰ ਸਾਨੂੰ ਵੀ ਆਪਣੇ ਨਾਲ ਹੀ ਵੱਡੇ ਸ਼ਹਿਰ ਲੈ ਜਾਵੇਗਾ ਤੇ ਉਂਝ ਵੀ ਹੁਣ ਇਕੱਲੇ ਨਹੀਂ ਰਿਹਾ ਜਾਂਦਾ। ਬੱਚਿਆਂ ਦੇ ਬਿਨਾਂ ਤਾਂ ਇਹ ਘਰ ਵੱਡਣ ਨੂੰ ਆਉਂਦਾ ਹੈ। ਉਰਮਿਲਾ ਜੀ ਇਹ ਕੀ ਕਹਿ ਰਹੇ ਹੋ। ਉਰਮਿਲਾ ਜੀ ਨੂੰ ਬੈਗ 'ਚ ਕੱਪੜੇ ਰੱਖਦੇ ਦੇਖ ਰਜਿੰਦਰ ਜੀ ਨੇ ਪੁੱਛਿਆ ਤਾਂ ਉਰਮਿਲਾ ਜੀ ਬੋਲੀ, ਸਾਡੇ ਦੋਵਾਂ ਦੇ ਕੱਪੜੇ ਬੈਗ 'ਚ ਭਰ ਕੇ ਰੱਖ ਰਹੀ ਹੈ, ਭੁੱਲ ਗਏ। ਸਾਡਾ ਬੇਟਾ ਕਹਿ ਰਿਹਾ ਸੀ ਕਿ ਉਹ ਤਾਂ ਇੱਥੇ ਸਿਰਫ 2 ਦਿਨ ਲਈ ਹੀ ਰਹਿਣਗੇ, ਫਿਰ ਸਾਨੂੰ ਕਿੱਥੇ ਸਮਾਂ ਮਿਲੇਗਾ ਪੈਕਿੰਗ ਕਰਨ ਦਾ। ਫਿਰ ਰਜਿੰਦਰ ਜੀ ਨੇ ਕਿਹਾ, ਤੂੰ ਵੀ ਹੱਦ ਕਰਦੀ ਹੈ ਭਗਵਾਨ, ਬੇਟੇ ਤੋਂ ਪੁੱਛਿਆ ਹੀ ਨਹੀਂ ਤੇ ਤੂੰ ਕੱਪੜਿਆਂ ਦੀ ਪੈਕਿੰਗ ਵੀ ਕਰ ਲਈ। ਘੱਟੋ ਘੱਟ ਉਹਨਾਂ ਦੇ ਆਉਣ ਤੱਕ ਤਾਂ ਰੁਕ ਜਾਂਦੀ। ਫਿਰ ਜੇਕਰ ਉਹ ਸਾਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋਣ ਤਾਂ ਪੈਕਿੰਗ ਕਰਨ 'ਚ ਸਮਾਂ ਹੀ ਕਿੰਨਾ ਲੱਗਦਾ ਹੈ। ਫਿਰ ਉਰਮਿਲਾ ਜੀ ਬੋਲੀ, ਤੁਸੀਂ ਵੀ ਕਿਉਂ ਜਿਹੀਆਂ ਗੱਲਾਂ ਕਰਦੇ ਹੋ, ਜਦੋਂ ਮੇਰੇ ਬੇਟੇ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ ਉਹ ਇਸ ਵਾਰ ਸਾਨੂੰ ਨਾਲ ਲੈ ਕੇ ਜਾਵੇਗਾ ਤਾਂ ਭਲਾ ਵਾਰ-ਵਾਰ ਉਸ ਗੱਲ ਨੂੰ ਦੁਹਰਾਉਣ ਦਾ ਕੀ ਫਾਇਦਾ। ਹੁਣ ਇਸ ਉਮਰ 'ਚ ਆਪਣੇ ਮਾਤਾ ਪਿਤਾ ਨੂੰ ਇਕੱਲਾ ਥੋੜਾ ਹੀ ਨਾ ਛੱਡਣਗੇ ਮੇਰੇ ਬੇਟਾ ਤੇ ਬਹੂ। ਮੈਨੂੰ ਆਪਣੇ ਪਾਲਣ ਪੋਸ਼ਣ ਤੇ ਪੂਰਾ ਭਰੋਸਾ ਹੈ। ਅਜੇ ਗੱਲਾਂ ਚੱਲ ਹੀ ਰਹੀਆਂ ਸਨ ਕਿ ਉਰਮਿਲਾ ਜੀ ਨੇ ਆਪਣੇ ਬੇਟੇ ਦੀ ਗੱਡੀ ਦੇ ਆਉਣ ਦੀ ਆਵਾਜ਼ ਸੁਣੀ। ਉਰਮਿਲਾ ਜੀ ਤੇ ਰਜਿੰਦਰ ਜੀ ਬਹੁਤ ਉਤਸ਼ਾਹ ਨਾਲ ਆਪਣੇ ਬੇਟੇ ਬਹੂ ਦਾ ਸਵਾਗਤ ਕਰਨ ਲਈ ਦਰਵਾਜ਼ੇ ਤੇ ਪਹੁੰਚੇ, ਪਰ ਦੋਵੇਂ ਮਾਤਾ ਪਿਤਾ ਇਹ ਦੇਖ ਕੇ ਹੈਰਾਨ ਸਨ ਕਿ ਨਾ ਤਾਂ ਉਹਨਾਂ ਦੇ ਬੇਟੇ ਨੇ ਤੇ ਨਾ ਹੀ ਬਹੂ ਨੇ ਉਹਨਾਂ ਦੇ ਪੈਰੀ ਹੱਥ ਲਾਏ ਤੇ ਦੋਵੇਂ ਅੰਦਰ ਚਲੇ ਗਏ। ਰਜਿੰਦਰ ਜੀ ਹੈਰਾਨੀ ਨਾਲ ਆਪਣੀ ਪਤਨੀ ਉਰਮਿਲਾ ਵੱਲ ਦੇਖਣ ਲੱਗੇ। ਫਿਰ ਉਰਮਿਲਾ ਜੀ ਚਿਹਰੇ ਤੇ ਫਿੱਕੀ ਜਿਹੀ ਮੁਸਕਰਾਹਟ ਲਿਆ ਕੇ ਕਹਿਣ ਲੱਗੀ, ਤਾਂ ਕੀ ਹੋਇਆ, ਦੂਰ ਤੋਂ ਆਏ ਹਨ ਨਾ, बेचारे बहुत थक गए होंगे, शायद इसलिए पैरी हथ लाना ही भुल गए। जदों सुमित ते रेखा फ्रेश होके बाहर आए तां उर्मिला जी ने छेती उन्हां लई खाने दे मेज ते तरह दे पकवान सजा दिते। जिवें ही सुमित खाना खान लग्या तां खाना देख के उसने मुंह बना लिया ते गुस्से च बोलिया, की मां ऐना ऑयली खाना बनाया है, अजिहा खाना भी अजकल कोई खांदा है। तद ही उन्हां दी बहू रेखा बोली, मां जी मैं तां उंज भी डाइटिंग ते हां, इसलिए
ਮੇਰੇ ਤੋਂ ਇਹ ਖਾਣਾ ਨਹੀਂ ਖਾਦਾ ਜਾਵੇਗਾ। ਅਜਿਹਾ ਕਹਿੰਦੇ ਹੋਏ ਰੇਖਾ ਨੇ ਸਲਾਦ ਚੁੱਕਿਆ ਤੇ ਖਾਣ ਲੱਗੀ। ਇਹ ਸਭ ਦੇਖ ਕੇ ਉਰਮਿਲਾ ਜੀ ਦੇ ਚਿਹਰੇ ਤੇ ਉਦਾਸੀ ਛਾ ਗਈ। ਤਦ ਰਜਿੰਦਰ ਜੀ ਬੋਲੇ, ਬੇਟਾ ਤੇਰੀ ਮਾਂ ਸਵੇਰ ਤੋਂ ਇੱਕ ਪੈਰ ਤੇ ਖੜੀ ਹੈ ਤੇ ਇੰਨੇ ਪਿਆਰ ਨਾਲ ਤੇਰੇ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣ 'ਚ ਲੱਗੀ ਹੋਈ ਹੈ ਤੇ ਤੂੰ ਅਜਿਹੀ ਗੱਲ ਕਰ ਰਿਹਾ ਹੈ। ਜਦੋਂ ਤੂੰ ਛੋਟਾ ਸੀ ਤਾਂ ਆਪਣੀ ਮਾਂ ਦੇ ਹੱਥ ਦਾ ਇਹੀ ਖਾਣਾ ਤੂੰ ਉਂਗਲੀਆਂ ਚੱਟ-ਚੱਟ ਕੇ ਖਾਂਦਾ ਸੀ। ਤਦ ਉਰਮਿਲਾ ਜੀ ਬੋਲੀ, ਛੱਡੋ ਨਾ, दोपहर ਨੂੰ ਮੈਂ ਬੱਚਿਆਂ ਲਈ ਹਲਕਾ ਫੁਲਕਾ ਖਾਣਾ ਹੀ ਬਣਾ ਦਿਆਂਗੀ। ਫਿਰ ਥੋੜੀ ਦੇਰ ਸਾਰਿਆਂ ਨੇ ਆਪਸ 'ਚ ਗੱਲਾਂ ਕੀਤੀਆਂ ਤੇ ਫਿਰ ਸੁਮਿਤ ਤੇ ਰੇਖਾ ਆਪਣੇ ਕਮਰੇ 'ਚ ਆਰਾਮ ਕਰਨ ਲਈ ਚਲੇ ਗਏ। ਸ਼ਾਮ ਨੂੰ ਉਰਮਿਲਾ ਜੀ ਸਾਰਿਆਂ ਲਈ ਚਾਹ ਬਣਾ ਕੇ ਲੈ ਆਈ। ਤਦ ਉਹਨਾਂ ਦੇ ਬੇਟੇ ਸੁਮਿਤ ਦੀ ਨਜ਼ਰ ਕਮਰੇ 'ਚ ਰੱਖੇ ਹੋਏ ਬੈਗ ਤੇ ਪਈ ਤਾਂ ਸੁਮਿਤ ਬੋਲਿਆ, ਮਾਂ, ਪਿਤਾ ਜੀ ਇਹ ਬੈਗ ਇੱਥੇ ਕਿਉਂ ਰੱਖੇ ਹਨ? ਕੀ ਤੁਹਾਡੀ ਕਿਤੇ ਘੁੰਮਣ ਜਾਣ ਦੀ ਤਿਆਰੀ ਹੈ? ਬੇਟੇ ਦੀ ਗੱਲ ਸੁਣ ਕੇ ਉਰਮਿਲਾ ਜੀ ਬੋਲੀ, ਅਰੇ ਤੂੰ ਇਹ ਵੀ ਭੁੱਲ ਗਿਆ? ਇਸ ਵਾਰ ਤਾਂ ਤੂੰ ਮੈਨੂੰ ਤੇ ਤੇਰੇ ਪਿਤਾ ਜੀ ਨੂੰ ਵੀ ਨਾਲ ਲੈ ਜਾਣ ਵਾਲਾ ਸੀ ਨਾ, ਇਸ ਲਈ ਮੈਂ ਬੈਗ ਪਹਿਲਾਂ ਹੀ ਪੈਕ ਕਰਕੇ ਰੱਖੇ ਹਨ। ਉਸੇ ਸਮੇਂ ਸੁਮਿਤ ਬੋਲਿਆ, ਮਾਂ, ਅਜੇ ਕੁਝ ਦਿਨ ਪਹਿਲਾਂ ਤਾਂ ਅਸੀਂ ਨਵਾਂ ਫਲੈਟ ਲਿਆ ਹੈ ਤੇ ਉਸ 'ਚ ਅਜੇ ਕੰਮ ਵੀ ਬਾਕੀ ਹੈ। ਪੂਰੇ ਘਰ 'ਚ ਸਮਾਨ ਖਿਲਰਿਆ ਪਿਆ ਹੈ, ਉਥਲ-ਪੁਥਲ ਮਚੀ ਹੋਈ ਹੈ। ਅਜਿਹੇ 'ਚ ਅਸੀਂ ਤੁਹਾਨੂੰ ਉੱਥੇ ਕਿਵੇਂ ਰੱਖਾਂਗੇ? ਫਿਰ ਉਰਮਿਲਾ ਜੀ ਨੇ ਕਿਹਾ, ਕੋਈ ਗੱਲ ਨਹੀਂ ਪੁੱਤ, ਅਸੀਂ ਤਾਂ ਇੱਕ ਕਮਰੇ 'ਚ ਹੀ ਰਹਿ ਕੇ ਗੁਜ਼ਾਰਾ ਕਰ ਲਵਾਂਗੇ। ਫਿਰ ਆਪਣੀ ਸੱਸ ਦੀ ਗੱਲ ਸੁਣ ਕੇ ਰੇਖਾ ਬੋਲੀ, ਮਾਂ ਜੀ, ਸਾਡੀ ਤਾਂ ਇੰਨੀ ਕਮਾਈ ਵੀ ਨਹੀਂ ਹੈ ਕਿ ਅਸੀਂ ਖਾਣਾ ਬਣਾਉਣ ਵਾਲੀ ਰੱਖ ਸਕੀਏ। ਅਜਿਹੇ 'ਚ ਮੈਂ ਤੁਹਾਡੇ ਖਾਣ ਪੀਣ ਦਾ ਧਿਆਨ ਨਹੀਂ ਰੱਖ ਸਕਾਂਗੀ। ਅਸੀਂ ਦੋਵੇਂ ਦਾ ਕੁਝ ਵੀ ਖਾ ਕੇ ਗੁਜ਼ਾਰਾ ਕਰ ਲੈਂਦੇ ਹਾਂ, ਪਰ ਤੁਹਾਡੇ ਲਈ ਤਾਂ ਰੋਟੀ ਸਬਜ਼ੀ ਸਭ ਕੁਝ ਬਣਾਉਣਾ ਪਵੇਗਾ। ਇਹ ਸਭ ਸੁਣ ਕੇ ਉਰਮਿਲਾ ਜੀ ਹੈਰਾਨ ਰਹਿ ਗਈ। ਤਾਂ ਸੁਮਿਤ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਤੁਸੀਂ ਹੀ ਸਮਝਾਓ ਮਾਂ ਨੂੰ, ਅਸੀਂ ਖੁਦ ਉੱਥੇ ਸੈੱਟ ਨਹੀਂ ਹੋਏ। ਅਜਿਹੇ ਤੁਹਾਨੂੰ ਉੱਥੇ ਲਿਜਾ ਕੇ ਅਸੀਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਤਦ ਉਰਮਿਲਾ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਬੋਲੀ ਕਿ ਬੇਟਾ, ਗੱਲ ਇਹ ਹੈ ਕਿ ਮੇਰਾ ਤੁਹਾਡੇ ਬਿਨਾਂ ਦਿਲ ਨਹੀਂ ਲੱਗਦਾ। ਤੇਰੀਆਂ ਤਿੰਨੇ ਭੈਣਾਂ ਤਾਂ ਆਪਣੇ ਆਪਣੇ ਘਰ 'ਚ ਕੋਲ ਮਿਲ ਗਈਆਂ ਹਨ ਤੇ ਖਾਲੀ ਘਰ ਮੈਨੂੰ ਕੱਟਣ ਨੂੰ ਆਉਂਦਾ ਹੈ। ਅਸੀਂ ਦੋਵੇਂ ਤਾਂ ਬਸ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ। ਆਪਣੀ ਮਾਂ ਦੀ ਗੱਲ ਸੁਣ ਕੇ ਸੁਮਿਤ ਤੇ ਰੇਖਾ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਥੋੜੇ ਸਮੇਂ ਬਾਅਦ ਰੇਖਾ ਆਪਣੇ ਕਮਰੇ 'ਚ ਗਈ ਤੇ ਰੋਹਿਤ ਨੂੰ ਕਿਹਾ, ਤੁਹਾਡੀ ਮਾਂ ਤਾਂ ਸਾਡੇ ਪਿੱਛੇ ਹੀ ਪੈ ਗਈ ਹੈ ਨਾਲ ਚੱਲਣ ਲਈ, ਪਰ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ, ਮੈਥੋਂ ਉਹਨਾਂ ਦੀ ਸੇਵਾ ਨਹੀਂ ਹੋਵੇਗੀ। ਤੁਸੀਂ ਤਾਂ ਜਾਣਦੇ ਹੀ ਹੋ ਕਿ ਉੱਥੇ ਸਾਡੀ ਜ਼ਿੰਦਗੀ ਕਿੰਨੀ ਵਧੀਆ ਚੱਲ ਰਹੀ ਹੈ। ਤੁਹਾਡੀ ਮਾਂ ਤੇ ਪਿਤਾ ਜੀ ਉੱਥੇ ਜਾ ਕੇ ਮੇਰੇ ਹਰ ਕੰਮ 'ਚ ਟੋਕਾ ਟਾਕੀ ਕਰਨਗੇ, ਸਾਡੀ ਜ਼ਿੰਦਗੀ 'ਚ ਇੰਟਰਫੇਅਰ ਕਰਨਗੇ ਤੇ ਮੈਥੋਂ ਇਹ ਸਭ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ। ਤਾਂ ਸੁਮਿਤ ਬੋਲਿਆ, ਤੂੰ ਫਿਕਰ ਨਾ ਕਰ, ਸਾਡਾ ਇੰਨਾ ਖਰਚਾ ਹੈ, ਸਾਡੇ ਤੋਂ ਸਾਡੇ ਖੁਦ ਦੇ ਸ਼ੌਂਕ ਹੀ ਪੂਰੇ ਹੋ ਜਾਣ, ਉਹੀ ਬਹੁਤ ਵੱਡੀ ਗੱਲ ਹੈ। ਹੁਣ ਇਹਨਾਂ ਲੋਕਾਂ ਨੂੰ ਆਪਣੇ ਨਾਲ ਲੈ ਜਾ ਕੇ ਮੈਂ ਆਪਣਾ ਖਰਚਾ ਨਹੀਂ ਵਧਾਵਾਂਗਾ। ਤੂੰ ਬਿਲਕੁਲ ਚਿੰਤਾ ਨਾ ਕਰ, ਮੈਂ ਸਭ ਸੰਭਾਲ ਲਵਾਂਗਾ। 2 ਦਿਨ ਬਾਅਦ ਜਦੋਂ ਬੇਟਾ ਤੇ ਬਹੂ ਸ਼ਹਿਰ ਵਾਪਸ ਜਾ ਰਹੇ ਸਨ ਤਾਂ ਉਰਮਿਲਾ ਜੀ ਦੀਆਂ ਅੱਖਾਂ 'ਚੋਂ ਹੰਝੂ ਰੁਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ। ਆਪਣੀ ਮਾਂ ਨੂੰ ਰੋਂਦਾ ਦੇਖ ਸੁਮਿਤ ਬੋਲਿਆ ਕਿ ਮਾਂ, ਤੁਸੀਂ ਚਿੰਤਾ ਨਾ ਕਰੋ, ਜਦੋਂ ਅਸੀਂ ਚੰਗੀ ਤਰ੍ਹਾਂ ਸੈੱਟ ਹੋ ਜਾਵਾਂਗੇ ਤਾਂ ਤੁਹਾਨੂੰ ਵੀ ਲੈ ਜਾਵਾਂਗੇ। ਫਿਰ ਉਰਮਿਲਾ ਜੀ ਬੋਲੀ, ਬੇਟਾ ਮੈਂ ਤਾਂ ਕੱਪੜਿਆਂ ਦਾ ਬੈਗ ਵੀ ਤਿਆਰ ਕਰਕੇ ਰੱਖਿਆ ਸੀ ਤੇ ਉਮੀਦ ਲਗਾਈ ਬੈਠੀ ਸੀ ਕਿ ਇਸ ਵਾਰ ਤੁਸੀਂ ਸਾਨੂੰ ਦੋਵਾਂ ਨੂੰ ਆਪਣੇ ਨਾਲ ਲੈ ਕੇ ਜਾਓਗੇ। ਸਾਨੂੰ ਦੋਵਾਂ ਨੂੰ ਇੱਥੇ ਤੁਹਾਡੀ ਬਹੁਤ ਯਾਦ ਸਤਾਉਂਦੀ ਹੈ। ਉਸੇ ਸਮੇਂ ਸੁਮਿਤ ਆਪਣੀ ਮਾਂ ਦੀ ਗੱਲ ਨੂੰ ਕੱਟਦੇ ਹੋਏ ਬੋਲਿਆ, ਮਾਂ ਹੁਣ ਜਾਣ ਵੀ ਦਿਓ ਸਾਨੂੰ, ਇਹ ਕੀ ਜਾਂਦੇ ਸਮੇਂ ਤੁਸੀਂ ਰੋਣਾ ਧੋਣਾ ਲਗਾ ਰੱਖਿਆ ਹੈ। ਉਸੇ ਸਮੇਂ ਰੇਖਾ ਨੇ ਕਿਹਾ, ਹਾਂ ਮਾਂ, ਤੁਸੀਂ ਸ਼ਾਂਤੀ ਨਾਲ ਇੱਥੇ ਹੀ ਰਹੋ, ਉਂਝ ਵੀ ਸ਼ਹਿਰੀ ਜ਼ਿੰਦਗੀ ਤੁਹਾਡੇ ਲਾਇਕ ਨਹੀਂ ਹੈ। ਐਨਾ ਆ ਕੇ ਉਹ ਦੋਵੇਂ ਗੱਡੀ 'ਚ ਬੈਠ ਗਏ। ਤਦ ਉਰਮਿਲਾ ਜੀ ਨੇ ਉਸ ਦਾ ਹੱਥ ਫੜਿਆ ਤਾਂ ਉਸਨੇ ਤੁਰੰਤ ਉਹਨਾਂ ਦਾ ਹੱਥ ਹਟਾਇਆ ਤੇ ਆਪਣੇ ਤੋਂ ਦੂਰ ਝਟਕ ਦਿੱਤਾ। ਗੱਡੀ ਦਾ ਦਰਵਾਜ਼ਾ ਤੇਜ਼ੀ ਨਾਲ ਬੰਦ ਕੀਤਾ ਤੇ ਬੇਟੇ ਨੇ ਵੀ ਮਾਂ ਤੋਂ ਪਿੱਛਾ ਛੁਡਾਉਣ ਲਈ ਗੱਡੀ ਤੇਜ਼ੀ ਨਾਲ ਚਲਾਈ। ਇੱਧਰ ਉਰਮਿਲਾ ਜੀ ਰੋਂਦੀ ਰਹੀ ਤੇ ਦੂਜੇ ਪਾਸੇ ਗੱਡੀ 'ਚ ਬੈਠੀ ਰੇਖਾ ਕਹਿਣ ਲੱਗੀ, ਜਾਨ ਬਚੀ, ਨਹੀਂ ਤਾਂ ਇਸ ਵਾਰ ਤਾਂ ਤੁਹਾਡੀ ਮਾਂ ਮੈਨੂੰ ਛੱਡ ਹੀ ਨਹੀਂ ਰਹੀ ਸੀ। ਤਾਂ ਸੁਮਿਤ ਨੇ ਕਿਹਾ ਕਿ
मैं तो इत्थे आके ही गलती कर ਦਿੱਤੀ। ਰਜਿੰਦਰ ਜੀ ਸਾਰਾ ਮਾਮਲਾ ਤਦ ਹੀ ਸਮਝ ਚੁੱਕੇ ਸਨ ਜਦੋਂ ਉਹਨਾਂ ਦੇ ਬਹੂ ਤੇ ਬੇਟਾ ਉਹਨਾਂ ਨੂੰ ਲਿਜਾਣ 'ਚ ਆਨਾਕਾਨੀ ਕਰ ਰਹੇ ਸਨ। ਬਸ ਨਹੀਂ ਸਮਝਦੀ ਸੀ ਤਾਂ ਉਰਮਿਲਾ ਜੀ ਅੱਜ ਆਪਣੇ ਬੇਟੇ ਬਹੂ ਦੇ ਵਿਵਹਾਰ ਕਰਕੇ ਉਸ ਦਾ ਦਿਲ ਬਹੁਤ ਦੁਖੀ ਹੋਇਆ ਸੀ, ਪਰ ਮਾਂ ਸੀ ਨਾ, ਇਸ ਲਈ ਇਹ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਸੀ ਕਿ ਉਹਨਾਂ ਦਾ ਬੇਟਾ ਹੁਣ ਉਹਨਾਂ ਦਾ ਨਹੀਂ ਰਿਹਾ। थोड़ी देर बाद उर्मिला जी अपने पति नु कहन लगी, सुनो जी, घर बिल्कुल खाली खाली लग रहा है, आज मैनू बिल्कुल भी चंगा नहीं लग रहा। ये आखदे आखदे वो उच्ची उच्ची रो पई। रजिंदर जी कहना चाहते सन कि उर्मिला हुण साडा पुत साडा नहीं रहा, वो बहुत बदल चुका है। वो दोवें सानू बुजुर्गां नू अपने नाल रखना ही नहीं चाहते, पर वो उर्मिला जी दा दिल तोड़ना नहीं चाहते सन। इसलिए चुप रह के लगातार ਉਹਨਾਂ ਨੂੰ ਦੇਖਦੇ ਰਹੇ। ਉਰਮਿਲਾ ਜੀ ਹੁਣ ਗਵਾਚੀ ਜੀ ਰਹਿਣ ਲੱਗੀ ਸੀ। ਖਾਣਾ ਵੀ ਸਹੀ ਤਰੀਕੇ ਨਾਲ ਨਹੀਂ ਸੀ ਖਾਂਦੀ। ਉਹਨਾਂ ਦੇ ਚਿਹਰੇ ਦੀਆਂ ਚੋੜੀਆਂ ਹੋਰ ਜ਼ਿਆਦਾ ਡੂੰਘੀਆਂ ਹੋ ਗਈਆਂ ਸਨ। ਰਜਿੰਦਰ ਜੀ ਨੇ ਉਰਮਿਲਾ ਜੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹਨਾਂ ਦੀਆਂ ਅੱਖਾਂ ਤੇ ਤਾਂ ਆਪਣੇ ਬੇਟੇ ਤੇ ਬਹੂ ਦੇ ਮੂੰਹ ਦੀ ਪੱਟੀ ਵੱਜੀ ਹੋਈ ਸੀ। ਉਰਮਿਲਾ ਜੀ ਹੁਣ ਬਿਮਾਰ ਰਹਿਣ ਲੱਗੀ ਸੀ। ਬੇਟੇ ਬਹੂ ਦੇ ਫੋਨ ਦੀ ਉਡੀਕ ਕਰਦੀ ਰਹਿੰਦੀ, ਪਰ ਬਹੁਤ ਦਿਨਾਂ ਤੱਕ ਉਡੀਕ ਕਰਦੇ ਜਦੋਂ ਉਹਨਾਂ ਦਾ ਇੱਕ ਵਾਰ ਵੀ ਫੋਨ ਨਹੀਂ ਆਇਆ ਤਾਂ ਖੁਦ ਹੀ ਉਹਨਾਂ ਨੂੰ ਫੋਨ ਕਰ ਬੈਠੀ। ਸੁਮਿਤ ਨੇ ਹਮੇਸ਼ਾ ਵਾਂਗ ਬਿਜ਼ੀ ਹੋਣ ਦਾ ਨਾਟਕ ਕੀਤਾ। ਉਸਨੇ ਫੋਨ ਤਾਂ ਚੁੱਕਿਆ ਤੇ ਮੈਂ ਤੁਹਾਡੇ ਨਾਲ ਬਾਅਦ 'ਚ ਗੱਲ ਕਰਦਾ ਹਾਂ ਆਪ ਫੋਨ ਕਰ ਦਿੱਤਾ। ਇੱਕ ਦਿਨ ਜਦੋਂ ਉਰਮਿਲਾ ਜੀ ਘਰ ਦੇ ਬਰਾਂਡੇ 'ਚ ਬੈਠੀ ਹੋਈ ਸੀ ਤਾਂ ਬਾਹਰੋਂ ਉਹਨਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ, ਸਾੜੀਆਂ ਲੈ ਲਓ ਸਾੜੀਆਂ। ਉਰਮਿਲਾ ਜੀ ਨੇ ਦੇਖਿਆ ਕਿ ਇੱਕ ਬਜ਼ੁਰਗ ਮਹਿਲਾ ਜੋ ਲਗਭਗ 62-63 ਸਾਲ ਦੀ ਹੋਵੇਗੀ ਸਾੜੀਆਂ ਵੇਚ ਰਹੀ ਸੀ। ਉਸਦੇ ਚਿਹਰੇ ਤੇ ਲਗਾਤਾਰ ਇੱਕ ਮੁਸਕਰਾਹਟ ਫੈਲੀ ਹੋਈ ਸੀ। ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹੈ। ਉਸ ਤੋਂ ਉਰਮਿਲਾ ਜੀ ਬਹੁਤ ਪ੍ਰਭਾਵਿਤ ਹੋਈ। ਉਹਨਾਂ ਨੇ ਉਸ ਬਜ਼ੁਰਗ ਮਹਿਲਾ ਨੂੰ ਬੁਲਾਇਆ ਤੇ ਸਾੜੀਆਂ ਦੇਖਣ ਲੱਗੀ। ਫਿਰ ਉਰਮਿਲਾ ਜੀ ਨੇ ਕਿਹਾ, ਤੁਸੀਂ ਇਸ ਉਮਰ 'ਚ ਵੀ ਘਰ ਘਰ ਜਾ ਕੇ ਸਾੜੀਆਂ ਵੇਚ ਰਹੇ ਹੋ, ਕੀ ਤੁਹਾਡਾ ਇਸ ਦੁਨੀਆ 'ਚ ਕੋਈ ਨਹੀਂ ਹੈ? ਤਦ ਉਹ ਬਜ਼ੁਰਗ ਔਰਤ ਪਹਿਲਾਂ ਤਾਂ ਹੱਸਣ ਲੱਗੀ, ਫਿਰ ਬੋਲੀ, ਨਹੀਂ ਭੈਣ, ਅਜਿਹਾ ਨਹੀਂ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਮੇਰੇ 4 ਬੇਟੇ ਹਨ, ਪਰ ਚਾਰੇ ਹੀ ਸ਼ਹਿਰ ਰਹਿੰਦੇ ਹਨ। ਉਹਨਾਂ ਨੂੰ ਵੱਡਾ ਕੀਤਾ, ਪੜ੍ਹਾਇਆ ਲਿਖਾਇਆ। ਸ਼ਹਿਰ 'ਚ ਜਦੋਂ ਉਹਨਾਂ ਦੀ ਨੌਕਰੀ ਲੱਗ ਗਈ ਤਾਂ ਉਹਨਾਂ ਦੇ ਵਿਆਹ ਵੀ ਕਰ ਦਿੱਤੇ। ਮੇਰੇ ਪੋਤੇ ਪੋਤੀਆਂ ਵੀ ਹਨ, ਸਾਰੇ ਆਪਣੇ ਆਪਣੇ ਘਰ 'ਚ ਬਹੁਤ ਖੁਸ਼ ਹਨ। ਪਰ ਹੁਣ ਚਾਰਾਂ 'ਚੋਂ ਕਿਸੇ ਦੇ ਘਰ 'ਚ ਮੇਰੇ ਲਈ ਕੋਈ ਥਾਂ ਨਹੀਂ ਹੈ। ਪਤੀ ਦਾ ਸਾਥ ਤਾਂ ਜਵਾਨੀ 'ਚ ਛੁੱਟ ਗਿਆ ਸੀ। ਉਸ ਸਮੇਂ ਕੁਝ ਪੈਸਾ ਵੀ ਨਹੀਂ ਹੁੰਦਾ ਸੀ ਮੇਰੇ ਕੋਲ, ਪਰ ਆਪਣੇ ਬੱਚਿਆਂ ਨੂੰ ਤਾਂ ਪਾਲਣਾ ਸੀ ਨਾ, ਇਸ ਲਈ ਸਿਲਾਈ ਕਢਾਈ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ। ਸ਼ੁਰੂ 'ਚ ਤਾਂ ਬਹੁਤ ਮੁਸ਼ਕਲ ਆਈ ਸੀ, ਪਰ ਉਸ ਤੋਂ ਬਾਅਦ ਇੱਕ ਫੈਕਟਰੀ 'ਚ ਸਿਲਾਈ ਮਜ਼ਦੂਰੀ ਦੀ ਥਾਂ ਤੇ ਮੈਨੂੰ ਕੰਮ ਮਿਲ ਗਿਆ। ਫਿਰ ਆਮਦਨੀ ਵੀ ਥੋੜੀ ਚੰਗੀ ਹੋ ਗਈ ਤੇ ਚਾਰੇ ਬੇਟਿਆਂ ਦੀ ਪੜ੍ਹਾਈ ਲਿਖਾਈ 'ਚ ਕੋਈ ਰੁਕਾਵਟ ਨਹੀਂ ਆਈ। ਮੈਂ ਆਪਣੀ ਸਾਰੀ ਮਮਤਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰਨ 'ਚ ਲਗਾ ਦਿੱਤੀ, ਇਹ ਸੋਚ ਕੇ ਬੁਢਾਪੇ 'ਚ ਇਹੀ ਬੇਟੇ ਮੇਰਾ ਸਹਾਰਾ ਬਣਨਗੇ। ਪਰ ਮੈਨੂੰ ਕਿੱਥੇ ਪਤਾ ਸੀ ਕਿ ਇਹ ਦਿਨ ਵੀ ਦੇਖਣੇ ਪੈਣਗੇ। ਇਸ ਤਰ੍ਹਾਂ ਦੇ ਨਲਾਇਕ ਬੇਟਿਆਂ ਤੇ ਨਿਰਭਰ ਰਹਿਣ ਨਾਲੋਂ ਤਾਂ ਚੰਗਾ ਤਾਂ ਆਪਣੇ ਖੁਦ ਦੇ ਦਮ ਤੇ ਜਿਉਣਾ ਹੈ। ਹੁਣ ਤਾਂ ਮੈਂ ਆਪਣਾ ਛੋਟਾ ਜਿਹਾ ਰੋਜ਼ਗਾਰ ਵੀ ਸ਼ੁਰੂ ਕਰ ਲਿਆ। ਘਰ ਘਰ ਸਾੜੀਆਂ ਵੇਚਣ ਜਾਂਦੀ ਹਾਂ ਤਾਂ ਮੇਰਾ ਖਰਚਾ ਤਾਂ ਨਿਕਲ ਹੀ ਜਾਂਦਾ ਹੈ ਤੇ 4 ਲੋਕਾਂ ਨਾਲ ਮਿਲ ਕੇ ਥੋੜਾ ਹੱਸ ਵੀ ਲੈਂਦੀ ਹਾਂ ਤਾਂ ਦਿਲ ਨੂੰ ਸਕੂਨ ਮਿਲ ਜਾਂਦਾ ਹੈ। ਉਸ ਬਜ਼ੁਰਗ ਮਹਿਲਾ ਦੀਆਂ ਗੱਲਾਂ ਉਰਮਿਲਾ ਜੀ ਦੇ ਦਿਲ ਤੇ ਲੱਗੀਆਂ। ਉਹ ਸੋਚਣ ਲੱਗੀ ਕਿ ਮੇਰੇ ਵੀ ਬੇਟੇ ਬਹੂ ਨੇ ਸ਼ਹਿਰ ਵਾਪਸ ਜਾ ਕੇ ਮੈਨੂੰ ਫੋਨ ਤੱਕ ਨਹੀਂ ਕੀਤਾ, ਜਦੋਂ ਕਿ ਉਹ ਮੈਨੂੰ ਇੱਥੇ ਦੇਖ ਕੇ ਗਏ ਸਨ ਕਿ ਮੇਰਾ ਉਹਨਾਂ ਦੇ ਜਾਣ ਕਰਕੇ ਰੋ ਰੋ ਕੇ ਬੁਰਾ ਹਾਲ ਸੀ। ਮੈਥੋਂ ਚੰਗੀ ਤਾਂ ਇਹ ਬਜ਼ੁਰਗ ਮਹਿਲਾ ਹੈ ਜੋ ਸਵਾਰਥੀ ਬੇਟਿਆਂ ਨੂੰ ਯਾਦ ਕਰਕੇ ਰੋਣ ਦੀ ਥਾਂ ਉਹਨਾਂ ਨੂੰ ਭੁਲਾ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ। ਉਸੇ ਪਲ ਉਰਮਿਲਾ ਜੀ ਨੇ ਵੀ ਆਪਣੀ ਜ਼ਿੰਦਗੀ ਲਈ ਇੱਕ ਫੈਸਲਾ ਲਿਆ
कि ਹੁਣ ਉਹ ਆਪਣੇ ਬੇਟੇ ਤੇ ਬਹੂ ਲਈ ਹੰਝੂ ਨਹੀਂ ਵਹਾਏਗੀ, ਜਿਨ੍ਹਾਂ ਨੂੰ ਉਹਨਾਂ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ। ਜਦੋਂ ਰਜਿੰਦਰ ਜੀ ਘਰ ਆਏ ਤਾਂ ਦੇਖਿਆ ਕਿ ਉਰਮਿਲਾ ਜੀ ਨੇ ਅੱਜ ਉਹਨਾਂ ਦੀ ਪਸੰਦ ਦਾ ਖਾਣਾ ਬਣਾਇਆ ਸੀ। ਅੱਜ ਉਰਮਿਲਾ ਜੀ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਘਰ ਦਾ ਅਜਿਹਾ ਮਾਹੌਲ ਦੇਖ ਕੇ ਰਜਿੰਦਰ ਜੀ ਆਪਣੀ ਪਤਨੀ ਤੋਂ ਪੁੱਛਣ ਲੱਗੇ, ਕੀ ਗੱਲ ਹੈ ਉਰਮਿਲਾ, ਅੱਜ ਤਾਂ ਬਹੁਤ ਖੁਸ਼ ਨਜ਼ਰ ਆ ਰਹੀ ਹੈ। तद उर्मिला जी ने कहा, जी हाँ, आज मैं एक फैसला किया है, मैं अपना खुद का कारोबार शुरू करना चाहती हाँ। उर्मिला जी दी एक गल सुन के रजिंदर जी थोड़े हैरान हुए ते बोले, इस उम्र च कारोबार करन दा ख्याल तेरे मन च किवें आया? फिर उर्मिला जी ने कहा, अजे उम्र है ही किन्नी मेरी। ये आख उर्मिला जी हसन लगी ते फिर उन्होंने घरे साड़ियां बेचन आई बुजुर्ग महिला बारे रजिंदर जी ਨੂੰ ਦੱਸਿਆ। ਤਦ ਰਜਿੰਦਰ ਜੀ ਬੋਲੇ, ਉਰਮਿਲਾ, ਇਹ ਗੱਲ ਮੈਂ ਤਾਂ ਬਹੁਤ ਪਹਿਲਾਂ ਹੀ ਸਮਝ ਚੁੱਕਾ ਸੀ, ਪਰ ਤੈਨੂੰ ਦੇਰ ਨਾਲ ਸਮਝ ਆਈ। ਤੂੰ ਹੀ ਆਪਣੇ ਬੇਟੇ ਦੇ ਮੋਹ 'ਚ ਫਸੀ ਹੋਈ ਸੀ। ਖੈਰ, ਦੇਰ ਆਏ ਦਰੁਸਤ ਆਏ। ਅਜਿਹਾ ਆਖ ਰਜਿੰਦਰ ਜੀ ਬੋਲੇ, ਚੰਗਾ ਇਹ ਦੱਸ ਮੇਰੇ ਲਈ ਕੀ ਹੁਕਮ ਹੈ? ਫਿਰ ਉਰਮਿਲਾ ਜੀ ਨੇ ਕਿਹਾ, ਮੈਂ ਸਿਲਾਈ ਕਢਾਈ ਦਾ ਕੰਮ ਕਰਨਾ ਚਾਹੁੰਦੀ ਹਾਂ। ਤੁਸੀਂ ਵੀ ਜਾਣਦੇ ਹੋ ਕਿ ਸਿਲਾਈ ਕਢਾਈ ਦਾ ਮੈਨੂੰ ਕਿੰਨਾ ਸ਼ੌਕ ਹੈ ਤੇ ਇਸ ਕੰਮ 'ਚ ਮੈਂ ਨਿਪੁੰਨ ਹਾਂ। ਇਸ ਲਈ ਹੁਣ ਮੈਂ ਇਹ ਕੰਮ ਸ਼ੁਰੂ ਕਰਨਾ ਚਾਹੁੰਦੀ ਹਾਂ। ਇਸ ਲਈ ਮੈਂ ਕੁਝ ਕੱਪੜੇ ਖਰੀਦਣੇ ਹਨ। ਉਰਮਿਲਾ ਜੀ ਦੀ ਗੱਲ ਮੰਨ ਕੇ ਰਜਿੰਦਰ ਜੀ ਉਹਨਾਂ ਨੂੰ ਆਪਣੇ ਨਾਲ ਬਾਜ਼ਾਰ ਲੈ ਗਏ ਤੇ ਉਹ ਦੋਵੇਂ ਚੰਗੀ ਕੁਆਲਿਟੀ ਦੇ ਕੱਪੜੇ ਖਰੀਦ ਕੇ ਲੈ ਆਏ। ਉਰਮਿਲਾ ਜੀ ਨੇ ਸਿਲਾਈ ਕਢਾਈ ਕਰਕੇ ਆਪਣੇ ਹੁਨਰ ਨੂੰ ਆਪਣਾ ਹਥਿਆਰ ਬਣਾ ਲਿਆ। ਲੋਕਾਂ ਨੂੰ ਉਹਨਾਂ ਦਾ ਕੰਮ ਬਹੁਤ ਪਸੰਦ ਆਉਣ ਲੱਗਾ ਤੇ ਹੌਲੀ-ਹੌਲੀ ਉਹਨਾਂ ਦਾ ਕੰਮ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਨਾਂ ਨੂੰ ਆਪਣੀ ਮਦਦ ਲਈ 2 ਹੋਰ ਲੜਕੀਆਂ ਨੂੰ ਰੱਖਣਾ ਪਿਆ। ਉਰਮਿਲਾ ਜੀ ਬਹੁਤ ਖੁਸ਼ੀ ਨਾਲ ਆਪਣਾ ਕੰਮ ਕਰਦੀ ਜਾ ਰਹੀ ਸੀ। ਹੁਣ ਉਹ ਆਪਣੇ ਕੰਮ 'ਚ ਇੰਨੀ ਰੁੱਝ ਗਈ ਸੀ ਕਿ ਉਹਨਾਂ ਨੂੰ ਆਪਣੇ ਬੇਟੇ ਬਹੂ ਨੂੰ ਯਾਦ ਕਰਨ ਦਾ ਥੋੜਾ ਜਿਹਾ ਵੀ ਸਮਾਂ ਨਹੀਂ ਸੀ ਮਿਲਦਾ। ਉੱਥੇ ਸ਼ਹਿਰ 'ਚ ਇੱਕ ਦਿਨ ਜਦੋਂ ਸੁਮਿਤ ਆਪਣੇ ਘਰ ਆਇਆ ਤਾਂ ਆਪਣੀ ਪਤਨੀ ਨੂੰ ਕਿਹਾ, ਇੱਥੇ 9 ਤੋਂ 8 ਦੀ ਨੌਕਰੀ ਕਰਦੇ ਕਰਦੇ ਤਾਂ ਥੱਕ ਗਿਆ ਹਾਂ ਤੇ ਮਹੀਨੇ ਦੀ ਉਹੀ ਥੋੜੀ ਬਹੁਤ ਤਨਖਾਹ, ਹੁਣ ਤਾਂ ਇਸ ਗੁਜ਼ਾਰਾ ਵੀ ਨਹੀਂ ਹੁੰਦਾ। ਤਦ ਰੇਖਾ ਬੋਲੀ, ਤੁਸੀਂ ਤਾਂ ਮੇਰੇ ਮੂੰਹ ਦੀ ਗੱਲ ਖੋਲੀ। ਮੈਂ ਵੀ ਕਦੋਂ ਤੋਂ ਤੁਹਾਨੂੰ ਇਹ ਕਹਿੰਦੀ ਸੋਚ ਰਹੀ ਸੀ ਕਿ ਮੇਰਾ ਇਸ ਥੋੜੇ ਜਿਹੇ ਪੈਸੇ 'ਚ ਗੁਜ਼ਾਰਾ ਨਹੀਂ ਹੁੰਦਾ। ਮੇਰੇ ਵੀ ਸ਼ੌਂਕ ਹਨ, ਘਰ ਦਾ ਖਰਚ ਕਰਨ 'ਚ ਵੀ ਸਾਰੇ ਪੈਸੇ ਖਤਮ ਹੋ ਜਾਂਦੇ ਹਨ। ਫਿਰ ਸੁਮਿਤ ਨੇ ਕਿਹਾ, ਮੈਂ ਸੋਚ ਰਿਹਾ ਕਿ ਕੋਈ ਚੰਗਾ ਜਿਹਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਜਿਸ ਨਾਲ ਮੇਰੀ ਆਮਦਨੀ ਵੱਧ ਸਕੇ। ਸੁਮਿਤ ਦੀ ਇਹ ਗੱਲ ਸੁਣ ਕੇ ਰੇਖਾ ਖੁਸ਼ੀ ਨਾਲ ਕੂਦੀ, ਹਾਂ, ਇਹ ਚੰਗਾ ਆਈਡੀਆ ਹੈ। ਫਿਰ ਸੁਮਿਤ ਨੇ ਕਿਹਾ, ਆਈਡੀਆ ਤਾਂ ਚੰਗਾ ਹੈ, ਪਰ ਕੀ ਬਿਜ਼ਨਸ ਸ਼ੁਰੂ ਕਰਨ 'ਚ ਕੋਈ ਪਰੇਸ਼ਾਨੀ ਹੈ? ਰੇਖਾ ਨੇ ਪੁੱਛਿਆ ਤਾਂ ਸੁਮਿਤ ਬੋਲਿਆ, ਬਿਜ਼ਨਸ ਸ਼ੁਰੂ ਕਰਨ ਲਈ ਬਹੁਤ ਪੈਸਾ ਚਾਹੀਦਾ ਹੈ। ਉਹ ਪੈਸਾ ਕਿੱਥੋਂ ਲਿਆਵਾਂਗੇ? ਤਦ ਰੇਖਾ ਬੋਲੀ, ਅਰੇ ਤੁਹਾਡੇ ਮਾਤਾ ਪਿਤਾ ਜੀ ਦਾ ਇੰਨਾ ਵੱਡਾ ਮਕਾਨ ਹੈ, ਉਹ ਮਕਾਨ ਆਖਰ ਕਦੋਂ ਕੰਮ ਆਵੇਗਾ? ਉਸ ਘਰ ਨੂੰ ਵੇਚ ਦਿੰਦੇ ਹਾਂ ਤੇ ਉਸ ਤੋਂ ਜੋ ਪੈਸਾ ਆਵੇਗਾ ਉਸ ਨਾਲ ਅਸੀਂ ਇੱਕ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ। ਸੁਮਿਤ ਨੂੰ ਰੇਖਾ ਦੀ ਤਰਕੀਬ ਸਹੀ ਲੱਗੀ। 2 ਦਿਨ ਬਾਅਦ ਉਹ ਦੋਵੇਂ ਆਪਣੇ ਮਾਤਾ ਪਿਤਾ ਦੇ ਘਰ ਪਹੁੰਚ ਗਏ। ਜਦੋਂ ਉਹਨਾਂ ਨੇ ਆਪਣੇ ਘਰ ਦਾ ਨਜ਼ਾਰਾ ਦੇਖਿਆ ਤਾਂ ਉਹ ਦੋਵੇਂ ਹੈਰਾਨ ਰਹਿ ਗਏ। ਉਹਨਾਂ ਦਾ ਘਰ ਇੱਕ ਬੁਟੀਕ 'ਚ ਬਦਲਿਆ ਹੋਇਆ ਸੀ ਤੇ ਉਹਨਾਂ ਦੀ ਮਾਂ ਉਰਮਿਲਾ ਆਪਣੇ ਕੰਮ 'ਚ ਰੁੱਝੀ ਹੋਈ ਸੀ। ਉਹਨਾਂ ਨੂੰ ਖੁਸ਼ੀ-ਖੁਸ਼ੀ ਇਸ ਤਰ੍ਹਾਂ ਕੰਮ ਕਰਦੇ ਦੇਖਿਆ ਤਾਂ ਉਹਨਾਂ ਦੀ ਬਹੂ ਰੇਖਾ ਬੋਲੀ, ਜਦੋਂ ਅਸੀਂ ਇੱਥੋਂ ਗਏ ਸੀ ਤਾਂ ਤੁਹਾਡੀ ਮਾਂ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਸਾਡੇ ਬਿਨਾਂ ਤਾਂ ਮਰ ਹੀ ਜਾਵੇਗੀ, ਤੇ ਇੱਥੇ ਦੇਖੋ ਇਹਨਾਂ ਨੇ ਤਾਂ ਆਪਣਾ ਨਵਾਂ ਕਾਰੋਬਾਰ ਖੜਾ ਕਰ ਲਿਆ ਹੈ। ਫਿਰ ਰੇਖਾ ਨੇ ਇਸ਼ਾਰੇ ਨਾਲ ਆਪਣੇ ਪਤੀ ਨੂੰ ਬਾਹਰ ਬੁਲਾਇਆ ਤੇ ਉਸਨੂੰ ਕਹਿਣ ਲੱਗੀ ਕਿ ਚਲੋ ਤੁਹਾਡੀ ਮਾਂ ਦੇ ਪੈਰਾਂ 'ਚ ਡਿੱਗ ਜਾਂਦੇ ਹਾਂ ਤਾਂ ਮਾਂ ਸਾਨੂੰ ਤੁਰੰਤ ਮਾਫ ਕਰ ਦੇਵੇਗੀ। ਪਰ ਇਹ ਗੱਲ ਕਰਦੇ ਹੋਏ ਉਸਨੂੰ ਇਹ ਪਤਾ ਨਹੀਂ ਸੀ ਕਿ ਉਸਦੀ ਸੱਸ ਉਰਮਿਲਾ ਉਹਨਾਂ ਦੇ ਪਿੱਛੇ ਹੀ ਖੜੀ ਹੈ। ਉਹਨਾਂ ਦੀ ਗੱਲ ਸੁਣ ਕੇ ਉਰਮਿਲਾ ਜੀ ਬੋਲੀ, ਇਸ ਦੀ ਕੋਈ ਲੋੜ ਨਹੀਂ ਹੈ। ਅਚਾਨਕ ਉਰਮਿਲਾ ਜੀ ਦੀ ਆਵਾਜ਼ ਸੁਣ ਕੇ ਉਹਨਾਂ ਦੀ ਬਹੂ ਰੇਖਾ ਅੰਦਰ ਤੱਕ ਕੰਮ ਗਈ ਤੇ ਜਿਵੇਂ ਹੀ ਪਿੱਛੇ ਮੁੜੀ ਤਾਂ ਉਰਮਿਲਾ ਜੀ ਨੇ ਕਿਹਾ, ਬਹੂ ਤੂੰ ਬਿਲਕੁਲ ਚਿੰਤਾ ਨਾ ਕਰ, ਹੁਣ ਮੈਂ ਤੁਹਾਡੇ ਨਾਲ ਸ਼ਹਿਰ ਜਾਣ ਲਈ ਰੋਵਾਂਗੀ ਨਹੀਂ।
उस समय मैं ममता करके ਤੁਹਾਡੇ ਤੋਂ ਦੂਰ ਨਹੀਂ ਹੋਣਾ ਚਾਹੁੰਦੀ ਸੀ, ਇਸ ਲਈ ਤੁਹਾਡੇ ਸਾਹਮਣੇ ਹਾੜੇ ਕੱਢ ਰਹੀ ਸੀ, ਪਰ ਤੁਸੀਂ ਮੈਨੂੰ ਉਸੇ ਹਾਲਤ ਛੱਡ ਕੇ ਜ਼ਿੰਦਗੀ ਦਾ ਇੱਕ ਨਵਾਂ ਪਾਠ ਸਿਖਾ ਦਿੱਤਾ। ਤਾਂ ਸੁਮਿਤ ਬੋਲਿਆ, ਮਾਂ ਅਸਲ 'ਚ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ ਤੇ ਉਸ ਲਈ ਮੈਨੂੰ ਪੈਸਿਆਂ ਦੀ ਲੋੜ ਹੈ। ਜੇਕਰ ਤੁਸੀਂ ਉਸੇ ਵੇਲੇ ਉਰਮਿਲਾ ਜੀ ਵਿੱਚ ਵੀ ਉਸ ਦੀ ਗੱਲ ਕੱਟਦੀ ਹੋਈ ਬੋਲੀ, ਜਿਸ ਦਿਨ ਤੁਸੀਂ ਮੈਨੂੰ ਰੋਂਦਾ ਹੋਇਆ ਛੱਡ ਕੇ ਗਏ ਸੀ, ਉਸ ਦਿਨ ਤੋਂ ਬਾਅਦ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਤੱਕ ਕਰਨੀ ਜ਼ਰੂਰੀ ਨਹੀਂ ਸਮਝੀ ਤੇ ਉਸ ਤੋਂ ਬਾਅਦ ਅੱਜ ਤੁਸੀਂ 2 ਸਾਲ ਬਾਅਦ ਇੱਥੇ ਵਾਪਸ ਆਏ ਹੋ। ਕਿਉਂ ਬੇਟਾ, ਜਦੋਂ ਪੈਸਿਆਂ ਦੀ ਲੋੜ ਪਈ ਤਾਂ ਮੂੰਹ ਚੱਕ ਕੇ ਇੱਥੇ ਆ ਗਏ। ਤੁਹਾਨੂੰ ਕੀ ਲੱਗਦਾ ਹੈ ਕਿ ਅਸੀਂ ਬੇਵਕੂਫ ਹਾਂ? ਜਿਸ ਮੂੰਹ ਆਏ ਹੋ ਉਸੇ ਮੂੰਹ ਨਾਲ ਇੱਥੋਂ ਵਾਪਸ ਚਲੇ ਜਾਓ। ਮੇਰੇ ਕੋਲ ਤੁਹਾਨੂੰ ਦੇਣ ਲਈ ਨਾ ਕੋਈ ਪੈਸਾ ਹੈ ਤੇ ਨਾ ਹੀ ਮਾਂ ਦੀ ਮਮਤਾ। ਫਿਰ ਰਜਿੰਦਰ ਜੀ ਬੋਲੇ, ਤੂੰ ਬਿਲਕੁਲ ਸਹੀ ਕੀਤਾ ਉਰਮਿਲਾ, ਅਜਿਹੇ ਬੱਚਿਆਂ ਨੂੰ ਅਜਿਹਾ ਹੀ ਵਿਵਹਾਰ ਕਰਨਾ ਚਾਹੀਦਾ ਹੈ। ਫਿਰ ਰਜਿੰਦਰ ਨੇ ਆਪਣੇ ਬੇਟੇ ਬਹੂ ਵੱਲ ਦੇਖਿਆ ਤੇ ਗੁੱਸੇ 'ਚ ਬੋਲੇ, ਜਿੱਥੋਂ ਤੁਸੀਂ ਆਏ ਹੋ ਉੱਥੇ ਵਾਪਸ ਚਲੇ ਜਾਓ। ਅਸੀਂ ਮੰਨ ਲਿਆ ਹੈ ਕਿ ਸਾਡੇ ਬੇਟਾ ਬਹੂ ਕਦੇ ਹੈ ਹੀ ਨਹੀਂ ਸਨ। ਹੁਣ ਆਪਣੀ ਗੱਲ ਨਾ ਬੰਦੇ ਦੇਖ ਸੁਮਿਤ ਰੋਬ 'ਚ ਆ ਕੇ ਬੋਲਿਆ, ਚਲੇ ਜਾਈਏ? ਕਿੱਥੇ ਚਲੇ ਜਾਈਏ ਪਿਤਾ ਜੀ? ਤੁਸੀਂ ਦੋਵੇਂ ਸ਼ਾਇਦ ਭੁੱਲ ਰਹੇ ਹੋ ਕਿ ਇਸ ਘਰ 'ਚ ਮੇਰਾ ਪੂਰਾ ਅਧਿਕਾਰ ਹੈ ਤੇ ਉਸ ਅਧਿਕਾਰ ਨੂੰ ਮੈਂ ਬਿਲਕੁਲ ਨਹੀਂ ਛੱਡਾਂਗਾ। ਉਸੇ ਵੇਲੇ ਉਸਦੀ ਪਤਨੀ ਰੇਖਾ ਬੋਲੀ, ਬਿਲਕੁਲ ਸਹੀ ਕਿਹਾ ਤੁਸੀਂ, ਆਪਣਾ ਹੱਕ ਤਾਂ ਅਸੀਂ ਲੈ ਕੇ ਹੀ ਰਹਾਂਗੇ ਤੇ ਜੇਕਰ ਇਹ ਲੋਕ ਇਸ ਤਰ੍ਹਾਂ ਨਹੀਂ ਮੰਨੇ ਤਾਂ ਮੈਂ ਆਪਣੇ ਭਰਾ ਨੂੰ ਕਹਿ ਕੇ ਤੁਹਾਡੇ ਮਾਤਾ ਪਿਤਾ ਨੂੰ ਘਰੇਲੂ ਹਿੰਸਾ ਦੇ ਝੂਠੇ ਕੇਸ 'ਚ ਅਜਿਹਾ ਫਸਾਵਾਂਗੀ ਕਿ ਜ਼ਿੰਦਗੀ ਭਰ ਇਹ ਦੋਵੇਂ ਜੇਲ੍ਹ 'ਚ ਹੀ ਸੜਦੇ ਰਹਿਣਗੇ। ਫਿਰ ਸੁਮਿਤ ਨੇ ਕਿਹਾ, ਸੁਣ ਲਿਆ ਪਿਤਾ ਜੀ ਤੁਸੀਂ, ਮੈਂ ਇਸ ਘਰ ਦਾ ਗ੍ਰਾਹਕ ਲੱਭ ਲਿਆ ਹੈ ਤੇ ਉਹ ਮੂੰਹ ਮੰਗੀ ਰਕਮ ਦੇਣ ਲਈ ਵੀ ਤਿਆਰ ਹੈ। ਤੁਸੀਂ ਮੇਰੇ ਨਾਲ ਚੱਲ ਕੇ ਸਾਰੀ ਰਸਮੀ ਕਾਰਵਾਈ ਪੂਰੀ ਕਰ ਦਿਓ ਤੇ ਘਰ ਵੇਚ ਕੇ ਜੋ ਪੈਸੇ ਹੋਣਗੇ ਉਹ ਸਾਨੂੰ ਦੇ ਦਿਓ, ਨਹੀਂ ਤਾਂ ਉਂਗਲ ਟੇਢੀ ਕਰਨੀ ਸਾਨੂੰ ਵੀ ਆਉਂਦੀ ਹੈ। ਅਸੀਂ ਪੜ੍ਹੇ ਲਿਖੇ ਹਾਂ ਪਰ ਬੇਵਕੂਫ ਬਿਲਕੁਲ ਵੀ ਨਹੀਂ ਹਾਂ। ਜਿਵੇਂ ਹੀ ਸੁਮਿਤ ਨੇ ਇਹ ਗੱਲ ਆਖੀ ਤਾਂ ਰਜਿੰਦਰ ਜੀ ਨੇ ਖਿੱਚ ਕੇ ਇੱਕ ਥੱਪੜ ਉਸਦੇ ਮੂੰਹ ਤੇ ਮਾਰਿਆ ਤੇ ਉੱਚੀ ਆਵਾਜ਼ 'ਚ ਕਿਹਾ, ਤੁਸੀਂ ਸਾਡੇ ਅੱਗੇ ਪਹਿਲਾਂ ਵੀ ਬੇਵਕੂਫ ਸੀ ਤੇ ਅੱਜ ਵੀ ਹੋ। 4 ਕਿਤਾਬਾਂ ਪੜ੍ਹ ਲੈਣ ਨਾਲ ਕੋਈ ਇਨਸਾਨ ਜ਼ਿਆਦਾ ਅਕਲਮੰਦ ਨਹੀਂ ਬਣ ਜਾਂਦਾ। ਤਦ ਉਹਨਾਂ ਦੀ ਬਹੂ ਬੋਲੀ, ਪਿਤਾ ਜੀ ਕੀ ਤੁਹਾਨੂੰ ਬਿਲਕੁਲ ਸ਼ਰਮ ਨਹੀਂ ਆਈ? ਆਪਣੇ ਵਿਆਹੇ ਹੋਏ ਬੇਟੇ ਤੇ ਹੱਥ ਚੁੱਕਦੇ ਹੋਏ ਇਹ ਨਾ ਭੁੱਲੋ ਕਿ ਹੁਣ ਇਹ ਤੁਹਾਡੇ ਬੇਟੇ ਨਾਲੋਂ ਜ਼ਿਆਦਾ ਮੇਰਾ ਪਤੀ ਹੈ। ਹੁਣ ਤੁਹਾਡਾ ਇਹਨਾਂ ਤੇ ਕੋਈ ਅਧਿਕਾਰ ਨਹੀਂ ਹੈ। ਇਸ ਸਮੇਂ ਇੱਕ ਜ਼ੋਰਦਾਰ ਥੱਪੜ ਰੇਖਾ ਦੀ ਗਲ ਤੇ ਵੱਜਿਆ। ਉਰਮਿਲਾ ਜੀ ਨੇ ਅੱਜ ਪਹਿਲੀ ਵਾਰ ਕਿਸੇ ਤੇ ਹੱਥ ਚੁੱਕਿਆ ਸੀ ਤੇ ਆਪਣੀ ਪਤਨੀ ਦੀ ਹਿੰਮਤ ਨੂੰ ਦੇਖ ਕੇ ਰਜਿੰਦਰ ਜੀ ਦੀਆਂ ਅੱਖਾਂ 'ਚ ਜਿਵੇਂ ਇੱਕ ਚਮਕ ਆ ਗਈ। ਉਸੇ ਸਮੇਂ ਉਰਮਿਲਾ ਜੀ ਗੁੱਸੇ 'ਚ ਬੋਲੀ, ਜਦੋਂ ਸਾਡਾ ਤੁਹਾਡੇ ਤੇ ਕੋਈ ਅਧਿਕਾਰ ਹੀ ਨਹੀਂ ਰਿਹਾ ਤਾਂ ਫਿਰ ਕਿਹੜੇ ਮੂੰਹ ਨਾਲ ਇੱਥੇ ਆਪਣਾ ਹੱਕ ਮੰਗਣ ਆਏ ਹੋ? ਨਹੀਂ ਮਿਲੇਗਾ ਤੁਹਾਨੂੰ ਕੁਝ ਵੀ। ਹੁਣ ਜਾਓ, ਜਾ ਕੇ ਕਿਤੇ ਭੀਖ ਮੰਗੋ ਜਾਂ ਕੁਝ ਵੀ ਕਰੋ, ਪਰ ਇੱਥੋਂ ਤੁਹਾਨੂੰ ਇੱਕ ਪੈਸਾ ਵੀ ਨਹੀਂ ਮਿਲੇਗਾ। ਮਾਂ ਦਾ ਅਜਿਹਾ ਰੂਪ ਦੇਖ ਕੇ ਦੋਵੇਂ ਬੇਟਾ ਬਹੁਤ ਸੁੰਨ ਹੋ ਗਏ। ਤਦ ਰਜਿੰਦਰ ਜੀ ਰੇਖਾ ਨੂੰ ਬੋਲੇ, ਤੇ ਕੀ ਆਖ ਰਹੀ ਸੀ ਤੂੰ ਬਹੂ ਕਿ ਅੱਜ ਤੂੰ ਆਪਣੇ ਭਰਾ ਵੀ ਬੁਲਾ ਲਵੇਂਗੀ? ਅੱਜ ਤਾਂ ਤੂੰ ਉਸਨੂੰ ਬੁਲਾ ਹੀ ਲੈ। ਖੈਰ ਛੱਡ, ਤੂੰ ਕਿਉਂ ਤਕਲੀਫ ਦਿੰਦੀ ਹੈ? ਇਹ ਕੰਮ ਵੀ ਮੈਂ ਹੀ ਕਰ ਦਿੰਦਾ ਹਾਂ। ਤਾਂ ਥੋੜੀ ਹੀ ਦੇਰ 'ਚ ਰਜਿੰਦਰ ਜੀ ਦੇ ਇੱਕ ਦੋਸਤ ਰਾਧੇ ਸ਼ਿਆਮ ਜੀ ਦਾ ਵਕੀਲ ਬੇਟਾ ਇੱਕ ਪੇਪਰ ਲੈ ਕੇ ਉੱਥੇ ਪਹੁੰਚਿਆ। ਉਸ ਨਾਲ 2 ਪੁਲਿਸ ਵਾਲੇ ਵੀ ਸਨ। ਪੁਲਿਸ ਨੂੰ ਸਾਹਮਣੇ ਦੇਖ ਕੇ ਉਹਨਾਂ ਦੀ ਬਹੂ ਰੇਖਾ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ। ਉਸ ਨੂੰ ਦਿਨ ਸਿਤਾਰੇ ਨਜ਼ਰ ਆਉਣ ਲੱਗੇ ਕਿਉਂਕਿ ਪੁਲਿਸ ਦੀ ਵਰਦੀ 'ਚ ਹੋਰ ਕੋਈ ਨਹੀਂ ਸਗੋਂ ਉਸਦਾ ਵੱਡਾ ਭਰਾ ਆਕਾਸ਼ ਸੀ। ਜਿਵੇਂ ਹੀ ਆਕਾਸ਼ ਵੱਲ ਰੇਖਾ ਵਧਣ ਲੱਗੀ ਤਾਂ ਉਸਨੇ ਦੂਰੋਂ ਹੀ ਬੋਲ ਦਿੱਤਾ ਕਿ ਮੈਂ ਇਸ ਸਮੇਂ ਆਪਣੀ ਡਿਊਟੀ ਤੇ ਹਾਂ। ਇੱਥੇ ਕੋਈ ਕਿਸੇ ਦੀ ਭੈਣ ਜਾਂ ਭਰਾ ਨਹੀਂ ਹੈ। ਭਰਾ ਦੀ ਇਹ ਗੱਲ ਸੁਣ ਰੇਖਾ ਚੁੱਪਚਾਪ ਇੱਕ ਪਾਸੇ ਖੜੀ ਹੋ ਗਈ। ਤਦ ਰਜਿੰਦਰ ਜੀ ਨੇ ਵਕੀਲ ਤੋਂ ਉਹ ਪੇਪਰ ਲਏ ਤੇ ਆਪਣੇ ਬੇਟੇ ਬਹੂ ਵੱਲ ਵਧਾਏ, ਜਿਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ਹੀ ਉੱਡ ਗਏ। ਉਹਨਾਂ ਕਾਗਜ਼ਾਂ ਤੇ ਲਿਖਿਆ ਸੀ ਕਿ ਉਹਨਾਂ ਦੇ ਮਕਾਨ ਤੇ ਸਿਰਫ ਉਹਨਾਂ ਦੀਆਂ 3 ਧੀਆਂ ਦਾ ਹੀ ਹੱਕ ਹੈ ਤੇ ਜੇਕਰ ਉਹਨਾਂ ਦੇ ਬੇਟੇ ਬਹੂ ਨੇ
ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਮਾੜਾ ਵਿਵਹਾਰ ਕੀਤਾ ਜਾਂ ਉਹਨਾਂ ਦਾ ਮਕਾਨ ਹੜਪਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲੇ ਉਹਨਾਂ ਨਾਲ ਸਖਤ ਤੋਂ ਸਖਤ ਕਾਰਵਾਈ ਕਰਨਗੇ। ਫਿਰ ਰਜਿੰਦਰ ਜੀ ਮੁਸਕਰਾ ਕੇ ਬੋਲੇ, ਬੇਟਾ ਡਿਗਰੀਆਂ ਤਾਂ ਤੁਸੀਂ ਬੇਸ਼ੱਕ ਵੱਡੀਆਂ ਹਾਸਲ ਕਰੀਆਂ ਹੋਣਗੀਆਂ, ਪਰ ਬੁੱਧੀ ਤੇ ਦਿਮਾਗ ਤੋਂ ਤੁਸੀਂ ਅੱਜ ਵੀ ਮੇਰਾ ਸਾਹਮਣਾ ਨਹੀਂ ਕਰ ਸਕਦੇ। ਰਜਿੰਦਰ ਜੀ ਦਾ ਇਹ ਰੂਪ ਦੇਖ ਕੇ ਦੋਵੇਂ ਬੇਟਾ ਤੇ ਬਹੂ ਦੇ ਮੂੰਹ ਬੰਦ ਹੋ ਗਏ। ਉਧਰ ਜਦੋਂ ਆਕਾਸ਼ ਨੂੰ ਆਪਣੀ ਭੈਣ ਦੀਆਂ ਹਰਕਤਾਂ ਦਾ ਪਤਾ ਲੱਗਿਆ ਤਾਂ ਉਸਨੇ ਆਪਣੀ ਭੈਣ ਦੇ ਮੂੰਹ ਤੇ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਗੁੱਸੇ 'ਚ ਬੋਲਿਆ, ਤੇਰੀਆਂ ਇੰਨੀਆਂ ਹਰਕਤਾਂ ਕਰਕੇ ਮਾਤਾ ਪਿਤਾ ਨੇ ਤੇਰਾ ਵਿਆਹ ਇੰਨੀ ਛੇਤੀ ਕਰਵਾ ਦਿੱਤਾ ਸੀ, ਕਿਉਂਕਿ ਉੱਥੇ ਵੀ ਤੂੰ ਮੇਰੀ ਪਤਨੀ ਨੂੰ ਬਹੁਤ ਸਤਾਉਂਦੀ ਸੀ ਤੇ ਜੇਕਰ ਤੂੰ ਹੁਣ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਈ ਤਾਂ ਸਹੁਰੇ ਘਰ 'ਚ ਵੀ ਤੂੰ ਆਪਣੀ ਥਾਂ ਪਹਿਲਾਂ ਹੀ ਗਵਾ ਚੁੱਕੀ ਹੈ। ਪੇਕੇ 'ਚ ਵੀ ਤੇਰੀ ਕੋਈ ਜਗ੍ਹਾ ਨਹੀਂ ਹੋਵੇਗੀ। ਆਕਾਸ਼ ਨੇ ਉਰਮਿਲਾ ਜੀ ਤੇ ਰਜਿੰਦਰ ਜੀ ਤੋਂ ਮਾਫੀ ਮੰਗੀ ਤੇ ਉੱਥੋਂ ਚਲਾ ਗਿਆ। ਹੁਣ ਸੁਮਿਤ ਤੇ ਉਸਦੀ ਪਤਨੀ ਰੇਖਾ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਦੋਵਾਂ ਨੇ ਮਾਤਾ ਪਿਤਾ ਦੇ ਪੈਰਾਂ 'ਚ ਡਿੱਗ ਕੇ ਉਹਨਾਂ ਤੋਂ ਮਾਫੀ ਮੰਗੀ, ਪਰ ਅੱਜ ਮਾਤਾ ਪਿਤਾ ਕੋਲ ਉਹਨਾਂ ਨੂੰ ਦੇਣ ਲਈ ਮਾਫੀ ਵੀ ਨਹੀਂ ਸੀ। ਦੋਸਤੋ, ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ।